Hello everyone, very good morning to all of you. Today I am going to tell you about electronic configuration of an atom. पिछले ਲੈਕਚਰ ਦੇ ਵਿੱਚ ਆਪਾਂ ਕਾਫੀ ਚੀਜ਼ਾਂ ਪੜ੍ਹੀਆਂ ਸੀ ਅਬਾਊਟ ਇਲੈਕਟ੍ਰੋਨਿਕ ਕਨਫੀਗਰੇਸ਼ਨ। ਅੱਜ ਆਪਾਂ ਉਸੇ ਨੂੰ ਅੱਗੇ ਫਾਰਵਰਡ ਕਰਾਂਗੇ, ਥੋੜਾ ਜਿਹਾ ਪਿਛਲਾ ਵੀ ਰਿਵਾਈਜ਼ ਕਰਾਂਗੇ। ਇਲੈਕਟ੍ਰੋਨਿਕ ਕਨਫੀਗਰੇਸ਼ਨ ਨੂੰ ਤੁਸੀਂ ਕਿੱਦਾਂ ਲਿਖ ਸਕਦੇ ਹੋ, ਰਾਈਟ ਕਰ ਸਕਦੇ ਹੋ, ਉਹ ਮੈਂ ਤੁਹਾਨੂੰ ਇਸ ਲੈਕਚਰ ਦੇ ਵਿੱਚ ਅੱਜ ਦੱਸਣ ਜਾ ਰਿਹਾ। ਠੀਕ ਹੈ ਜੀ, ਧਿਆਨ ਨਾਲ ਇਸ ਨੂੰ ਸਮਝ ਲੈਣਾ ਕਿਉਂਕਿ ਬਾਰ-ਬਾਰ ਆਪਾਂ ਸਮਝਾਉਂਦੇ ਰਹਾਂਗੇ ਉਹ ਕੋਈ ਚੰਗੀ ਗੱਲ ਨਹੀਂ ਆ। ਤਾਂ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਰਵਾ ਰਿਹਾ, ਚੰਗੀ ਤਰ੍ਹਾਂ ਸਮਝ ਲੈਣਾ ਇਹਨੂੰ। ਦੇਖੋ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੁੰਦੇ ਕੀ ਹੈ? ਫਸਟ ਆਫ ਆਲ ਤਾਂ ਇਲੈਕਟ੍ਰੋਨਸ ਦੀ ਡਿਸਟ੍ਰੀਬਿਊਸ਼ਨ ਹੈ ਔਰਬਿਟਲਸ ਦੇ ਵਿੱਚ। ਇੱਕ ਐਟਮ ਹੈ, ਐਟਮ ਦੇ ਵਿੱਚ ਕੀ ਨੇ? ਨਿਊਕਲੀਅਸ ਹੈ, ਨਿਊਕਲੀਅਸ ਦੇ ਅਰਾਊਂਡ ਸ਼ੈਲਸ ਨੇ, ਫਿਰ ਸਬ ਸ਼ੈਲਸ ਨੇ, ਉਹਦੇ ਵਿੱਚ ਅੱਗੇ ਔਰਬਿਟਲਸ ਨੇ। ਔਰਬਿਟਲਾਂ ਦੇ ਵਿੱਚ ਆਪਾਂ ਨੇ ਕਿਹਾ ਸੀ ਕਿ ਇਲੈਕਟ੍ਰੋਨਸ ਸਪਿਨ ਕਰਦੇ ਆ। ਤਾਂ ਕਿਹੜੇ ਔਰਬਿਟਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ, ਕਿਹੜੇ ਸਬ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ, ਜਾਂ ਇਲੈਕਟ੍ਰੋਨ ਇੱਕ ਐਟਮ ਦੇ ਵਿੱਚ ਕਿੱਦਾਂ ਡਿਸਟ੍ਰੀਬਿਊਟ ਹੋਏ ਹੋਏ ਨੇ, ਉਹ ਸਾਰੀ ਚੀਜ਼ ਨੂੰ ਆਪਾਂ ਬੋਲਦੇ ਹਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਫ ਐਨ ਐਟਮ। ਤਾਂ ਅੱਜ ਆਪਾਂ ਲਿਖਾਂਗੇ ਫਸਟ 30 ਐਲੀਮੈਂਟ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ। ਤਾਂ ਸਭ ਤੋਂ ਪਹਿਲਾਂ ਤੁਸੀਂ ਸਨੇਕ ਡਾਇਆਗਰਾਮ ਯਾਦ ਰੱਖਣੀ ਹੈ। ਪਹਿਲਾਂ ਤੁਸੀਂ 1s ਲਿਖਣਾ, ਫਿਰ 2s 2p, 3s 3p 3d, 4s 4p 4d 4f, ਦੈਨ 5s 5p 5d 5f, 6s 6p 6d 6f, 7s 7p 7d 7f ਐਂਡ ਸੋ। ਠੀਕ ਹੈ ਜੀ, ਪਹਿਲਾਂ ਤੁਸੀਂ 1s 'ਚ ਮੀਨਸ ਉੱਪਰੋਂ ਨੀਚੇ ਵੱਲ ਨੂੰ ਪੈਰਲਲ ਲਾਈਨਸ ਡਰਾ ਕਰ ਦਿਓ ਜਿਹੜੀਆਂ ਕਿ ਔਰਬਿਟਲਸ ਨੂੰ ਕੱਟ ਕਰਨਗੀਆਂ। ਪਹਿਲਾਂ 1s ਆ ਗਿਆ, ਫਿਰ 2s ਆ ਗਿਆ, ਫਿਰ 2p ਤੇ 3s ਨੂੰ ਕੱਟ ਕਰੇਗੀ ਲਾਈਨ, 3p ਤੇ 4s ਨੂੰ ਕੱਟ ਕਰੇਗੀ, 3d 4p 5s ਨੂੰ ਕੱਟ ਕਰੇਗੀ ਐਂਡ ਸੋ ਔਨ। ਇਹ ਪੈਰਲਲ ਲਾਈਨਸ ਤੁਸੀਂ ਡਰਾ ਕਰ ਲੈਣੀਆਂ ਨੇ। ਠੀਕ ਹੈ ਜੀ, ਉੱਪਰੋਂ ਨੀਚੇ ਵੱਲ ਨੂੰ ਆਉਣਾ, ਜਦੋਂ ਕੱਟ ਕਰ ਗਿਆ ਫਿਰ ਉੱਪਰ ਵੱਲ ਨੂੰ ਜਾਣਾ। ਉੱਪਰੋਂ ਨੀਚੇ ਵੱਲ ਨੂੰ ਆਏ, ਦੇਖੋ ਉੱਪਰੋਂ ਨੀਚੇ ਵੱਲ ਨੂੰ ਆਏ, ਕੱਟ ਕਰਤਾ, ਅੱਗੇ ਉੱਪਰ ਚਲੇ ਗਏ। ਮੀਨਸ ਪਹਿਲਾਂ 1s 'ਚ ਇਲੈਕਟ੍ਰੋਨ ਭਰਿਆ ਗਿਆ, ਫਿਰ ਇਸ ਤੋਂ ਬਾਅਦ 2s 'ਚ ਭਰਿਆ ਗਿਆ, ਦੈਨ 2p 'ਚ, ਫਿਰ 3s 'ਚ, ਦੈਨ 3p ਦੇ ਵਿੱਚ, ਫਿਰ 4s ਦੇ ਵਿੱਚ, ਦੈਨ 3d ਦੇ ਵਿੱਚ, 4p 5s ਦੇ ਵਿੱਚ, ਫਿਰ ਆਪਣੇ ਕੋਲ 4d 'ਚ ਆਏਗਾ, ਫਿਰ 5p 'ਚ ਆਏਗਾ, ਫਿਰ 6s 'ਚ ਆਏਗਾ। ਅਗਰ ਮੈਨੂੰ ਇੱਦਾਂ ਰਾਈਟ ਕਰਾਂ, ਪਹਿਲਾਂ 1s ਦੇ ਵਿੱਚ ਇਲੈਕਟ੍ਰੋਨ ਜਾਏਗਾ, ਫਿਰ 2s ਦੇ ਵਿੱਚ ਜਾਏਗਾ, ਫਿਰ 2p ਦੇ ਵਿੱਚ ਜਾਏਗਾ, ਫਿਰ 3s ਦੇ ਵਿੱਚ, ਫਿਰ 3d ਦੇ ਵਿੱਚ, ਫਿਰ 4s ਦੇ ਵਿੱਚ, ਫਿਰ 3d ਦੇ ਵਿੱਚ, ਫਿਰ 4p 5s ਐਂਡ ਸੋ ਔਨ। s ਦੇ ਵਿੱਚ ਮੈਕਸਿਮਮ 2 ਇਲੈਕਟ੍ਰੋਨਸ ਹੋਣਗੇ, p ਦੇ ਵਿੱਚ ਮੈਕਸਿਮਮ 6 ਇਲੈਕਟ੍ਰੋਨ ਜਾਣਗੇ, d ਦੇ ਵਿੱਚ ਮੈਕਸਿਮਮ 10 ਇਲੈਕਟ੍ਰੋਨ ਜਾਣਗੇ ਐਂਡ f ਦੇ ਵਿੱਚ ਮੈਕਸਿਮਮ 14 ਇਲੈਕਟ੍ਰੋਨ ਜਾਣਗੇ। ਸੋ ਇਹ ਜਨਰਲ ਜਿਹਾ ਰੂਲ ਸੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਨੂੰ ਰਾਈਟ ਕਰਨ ਦਾ। ਅੱਗੇ ਆਪਾਂ ਫਸਟ 30 ਐਲੀਮੈਂਟ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਰਾਈਟ ਕਰਕੇ ਵੇਖਦੇ ਹਾਂ। Now, our first element is hydrogen. Atomic number of hydrogen is 1 और आप ये बोल सकते हैं कि ये नंबर ऑफ इलेक्ट्रॉन्स कितने ने? 1। एक इलेक्ट्रॉन है डिस्ट्रीब्यूट करना, पहला किहड़े च जाएगा? 1s च। तैनूं आप लिख सकते हैं 1s 1। इत्थे गां ऑर्बिटल ड्रॉ कर लो, इन्हूं स्केयर दे फॉर्म च भी कर सकते हो और सर्कुलर भी कर सकते हो, वो तुहाडी मर्जी है। तो इत्थे एक इलेक्ट्रॉन आ गई। ठीक है जी, नेक्स्ट सेकेंड एटम इज हीलियम। हीलियम का एटॉमिक नंबर 2, इट मीनस नंबर ऑफ इलेक्ट्रॉन्स 2 हो गए, 1s 2 हो गया और इत्थे आपां 1s ड्रॉ करके इहदे विच 2 इलेक्ट्रॉन फिल कर देने ने। थर्ड वन इज लिथियम। लिथियम नूं Li नाल लिखदे हैं, एटॉमिक नंबर इज 3, इट मीनस इलेक्ट्रॉन्स 3 ने। 1s 2 पहला जिहड़ा ऑर्बिटल आ पूरी तरह फिल हो गया, नैक्सट इलेक्ट्रॉन कित्थे जाएगा? फिर 2s दे विच, तो 2s 1। सो ये आ गया 1s 2 2s 1। ठीक है जी, नीचे लिख देना 1s 2s 1s 1s। क्लियर? नाउ नैक्सट फोर्थ इज बेरिलियम। बेरिलियम का एटॉमिक नंबर 4, सो ये इलेक्ट्रॉन भी 4 हो गए, 1s 2 2s 2। इट मीनस पहले ऑर्बिटल दे विच भी 2 इलेक्ट्रॉन्स ने, सैकेंड दे विच भी 2 इलेक्ट्रॉन ने। सो 1s 2 2s 2। नाउ नैक्सट इज फिफ्थ बोरोन। बोरोन का एटॉमिक नंबर इज 5, सो 5 इलेक्ट्रॉन ये
सो बोरॉन का लिखांगे पहला 1s ਦੇ ਵਿੱਚ 2 ਇਲੈਕਟ੍ਰੋਨ ਫਿਲ ਕਰਾਂਗੇ, फिर 2s ਦੇ ਵਿੱਚ 2 ਇਲੈਕਟ੍ਰੋਨ ਫਿਲ ਹੋ ਜਾਣਗੇ, अगला इलैक्ट्रॉन 2p ਦੇ ਵਿੱਚ ਜਾਏਗਾ। क्यों जाएगा? क्योंकि 1s तो बाद 2s आउंदा, फिर 2p आउंदा, फिर 3s आउंदा। ठीक है जी। सो आपां 1s ड्रॉ कर लिया, 2 इलैक्ट्रॉन ने, 2s ड्रॉ कर लिया, ये 2 इलैक्ट्रॉन ने, 2p ਦੇ ਵਿੱਚ अगे 3 ऑर्बिटल्स आ गए, तो सिर्फ इत्थे एक इलैक्ट्रॉन लिख देना। ये आ गया 1s 2s 2p। नाउ सिक्स्थ इज कार्बन, एटॉमिक नंबर इज 6। ये इलैक्ट्रॉन्स कितने ने? 6। सो 1s2 2s2 2p2, p दे विच 2 इलैक्ट्रॉन आ गए, यानी कि इत्थे आ गया 1s 2s और 2p। 1s दे विच 2 इलैक्ट्रॉन ने, 2s दे विच 2 इलैक्ट्रॉन ने, 2p दे विच 2 इलैक्ट्रॉन ने। पहला आप सिंगल इलैक्ट्रॉन फिल करते हैं, फिर आप डबल करने शुरू करते हैं। ठीक है जी। 7th कार्बन तो बाद कौन आ गया? नाइट्रोजन। नाइट्रोजन का एटॉमिक नंबर इज 7, इलैक्ट्रॉन्स भी 7 ने, 1s2 2s2 2p3, 1s2 2s2 2p3, 1 2 एंड 3। ठीक है जी। ये आ गया 1s, ये आ गया 2s, ये आ गया 2p3 आ गया थे। नाउ नेक्स्ट इज 8th इज ऑक्सीजन। ऑक्सीजन का एटॉमिक नंबर इज 8 इलैक्ट्रॉन ने दे विच। नाउ 1s2 2s2 2p4। सो लास्ट दे विच 4 इलैक्ट्रॉन चल गए। ठीक है जी। अगर आप इन्हू ऑर्बिटलों दे विच भरीए 1s2 2s2 2p, 1s2 2s2 2p4, तो आ जाएगा ये। क्लियर। नेक्स्ट 9th इज फ्लोरीन। फ्लोरीन का एटॉमिक नंबर 9, नंबर ऑफ इलैक्ट्रॉन्स 9, 1s2 2s2 2p5, 1s2 2s2 2p5। क्लियर। 2p5। नाउ नेक्स्ट इज नियॉन। नियॉन एटॉमिक नंबर नियॉन ऑफ 10, नंबर ऑफ इलेक्ट्रॉन्स इज ऑल्सो 10, 1s2 2s2 2p6, 1s2 2s2 2p6। इत्थे p ऑर्बिटल अपना पूरी तरह फिल्ड हो गया। 1s ऑर्बिटल है, ये 2s है, ये 2p है। सो इत्थे 2p तक सारे फिल्ड हो गए। जिहड़ा नैक्सट इलैक्ट्रॉन जाएगा वो 3s दे विच जाएगा। अगर 3s फिल हो जाएगा पूरी तरह, फिर 3p दे विच इलैक्ट्रॉन फिल करांगे। अगर p इलैक्ट्रॉन दा पूरी तरह फिल हो गया 4s दे विच जाएगा, फिर 3d दे विच, फिर 4p दे विच, एंड सो ऑन। अपना 4s तक 3d तक जिहड़ा हैगा काम पूरा हो जाएगा। सो ज़्यादा गांह करन दी जरूरत नहीं पैनी। नैक्सट है एटॉमिक नंबर 11। एटॉमिक नंबर इज 11 एटॉमिक नंबर। सोडियम का एटॉमिक नंबर 11, नंबर ऑफ इलैक्ट्रॉन्स भी 11 हो गए। सो 1s2 2s2 2p6 3s1 हो जाएगा। देखो इत्थे तक तो 10 इलैक्ट्रॉन्स पूरे हो गए। नैक्सट इलैक्ट्रॉन 3s दे विच चल जाएगा, क्योंकि इस तो बाद 3s ही आ रहा है। अगे तुसीं ऑर्बिटल्स ड्रॉ करके इन्हों बना भी सकते हो। इत्थे ज़्यादा लेंथी हो जाएगा, मैं बना नहीं रहा। ਜਾਂ इदा कर सकते हो तुसीं कि लास्ट वाले आप बना लीए। इत्थे मान लो 3s है, 3s दे विच एक इलैक्ट्रॉन आ गया। ये तो पहले वाले सारे ड्रॉ करने हैं तुसीं सारे। एटॉमिक नंबर इज 12 मैग्नीशियम का 1s2 2s2 2p6 3s2 आ जाना है। ठीक है जी। हुण 3s भी पूरी तरह फिल हो गया। नैक्सट इलैक्ट्रॉन जाएगा 3p दे विच 13, एटॉमिक नंबर 13 एल्यूमीनियम 1s2 2s2 2p6 3s2 3p1। okay, now next 14 is silicon. Now next 13 boron aluminium. atomic number is 14, 1s2 2s2 2p6 3s2 3p2 आ गया। यानी कि इतने p दे विच 2 इलैक्ट्रॉन आ गए।
नेक्स्ट 15 बोरोन एल्यूमिनियम, कार्बन सिलिकॉन, नाइट्रोजन नीचे आ गया फॉस्फोरस। 15 एटॉमिक नंबर 1s2 2s2 2p6 3s2 3p3। नाउ नेक्स्ट आ गया 16 नाइट्रोजन के नीचे फास्फोरस आ गया सी। नाइट्रोजन तो अगला आ गया ऑक्सीजन जिसके नीचे आ गया सल्फर। एटॉमिक नंबर 16, नंबर ऑफ इलेक्ट्रॉन्स भी 16 ने 1s2 2s2 2p6 3s2 3p4। ओके 3p4 आ जाएगा। नाउ 17 एटॉमिक नंबर 17 सल्फर के नाल वाला जिहड़ा एटम है अगला वो नीचे आ रहा है ऑक्सीजन तो बाद फ्लोरीन। फ्लोरीन के नीचे आ गया क्लोरीन। क्लोरीन का एटॉमिक नंबर आ गया 17। 1s2 2s2 2p6 3s2 3p5। नाउ क्लोरीन तो बाद आ गया आर्गन विच इज़ नोबल गैस। 1s2 2s2 2p6 3s2 3p6 आ गया। नाउ इत्थे 3p6 कंप्लीट हो गया। अगला इलैक्ट्रॉन जाएगा 4s दे विच, ध्यान देना 4s दे विच अगला इलैक्ट्रॉन जाएगा 19। आर्गन आ गया 19 आ गया। पोटाशियम, पोटाशियम का 19 है, एटॉमिक नंबर 19 है, नंबर ऑफ इलेक्ट्रॉन्स भी 19 है। 1s2 2s2 2p6 3s2 3p6 4s1 आ जाएगा। दैन 20 इज़ कैल्शियम। 20 एटॉमिक नंबर 20, नंबर ऑफ इलेक्ट्रॉन्स भी 20 ने। 1s2 2s2 2p6 3s2 3p6 4s2। ओके तो फर्स्ट 20 एलीमेंट्स कंप्लीट करते अपने। नैक्सट 10 एलीमेंट्स रेंदे आ। ये थोड़ी जी ज़्यादा लेंथी होंदी जा रही है तो मैं तुहानूं शॉर्ट मैथड भी दसांगा, बट फिलहाल के लिए तुसीं ये पूरी दी पूरी ही करनी है, ज़्यादा उलझना नहीं है। काफ़ी स्टूडेंट्स नूं इहदे विच प्रॉब्लम्स आईयां ने। सो मैं रिड्यूस फॉर्म भी इहदी दसूँगा, बट बाद दे विच दसांगे आपां। फिलहाल के लिए तुसीं ये सारी ही करनी है। ये करके इस तो बाद ऑर्बिटल्स ड्रॉ करके उन्होंने इलैक्ट्रॉन भी तुसीं फिल करने होया करनगे। ठीक है जी। नाउ नैक्सट है 21 to 30। नाउ 21 स्कैंडियम। स्कैंडियम तो लैके आप जिंक तक कर रहे हैं। स्कैंडियम टाइटेनियम वडानियम क्रोमियम मैगनीज आयरन निकल कोबाल्ट कॉपर जिंक। ठीक है जी। तो ये बारे अपने करना 21 है 1s2 2s2 2p6 3s2 3p6 4s2। नेक्स्ट इलेक्ट्रॉन जाएगा 3d1। अगे 22 है 1s2 2s2 2p6 3s2 3p6 4s2 3d2। इत्थे नाल एलीमेंट्स लिखने ने तुसीं स्कैंडियम टाइटेनियम वडानियम क्रोमियम मैंगनीज आयरन कोबाल्ट निकल कॉपर जिंक ये सारे लिख लेने ने। मैं जल्दी जल्दी करवा रहा। 23 1s2 2s2 2p6 3s2 3p6 4s2 3d3। नाउ 24 1s2 2s2 2p6 3s2 3p6 4s2 3d4। नाउ इत्थे प्रॉब्लम आती है जी आ वाली कन्फिगरेशन है ये लैस स्टेबल है। तो जोड़ा 24th एलीमेंट है वो ये वाली कन्फिगरेशन 24th कौन है क्रोमियम ये वाली कन्फिगरेशन नहीं शो करता। इतों एक इलैक्ट्रॉन जंप करके इधर चल जाता, इतने 5 हो जाते हैं, इतने 1 हो जाता है। ये वाली कन्फिगरेशन ज़्यादा स्टेबल है। सो क्रोमियम जोड़ा है ध्यान देना इतने 24th एंड 29th एलीमेंट पर प्रॉब्लम आती है। एक इलैक्ट्रॉन जंप करके इधर चल जाता है 3d5 हो जाता है, इतने 4s1 हो जाता है, ध्यान रखना है। 25th 1s2 2s2 2p6 3s2 3p6 4s2 3d5। Now 26th 1s2 2s2 2p6 3s2 3p6 4s2 3d6। 27th 1s2 2s2 2p6 3s2 3p6 4s2 3d7। Now 28th 1s2 2s2 2p6 3s2 3p6 4s2 3d8। 29th 1s2 2s2 2p6 3s2 3p6
4s2 3d9 ਆਉਣਾ ਤਾਂ ਇਹੀ ਚਾਹੀਦਾ ਕਾਪਰ ਦਾ, ਬਟ ਇੱਥੇ ਵੀ ਕਨਫੀਗਰੇਸ਼ਨ ਚੇਂਜ ਹੋ ਜਾਂਦੀ ਹੈ। ਇੱਥੇ ਵੀ ਇੱਕ ਇਲੈਕਟ੍ਰੋਨ ਜੰਪ ਕਰਕੇ ਅੱਗੇ ਚਲਾ ਜਾਂਦਾ ਹੈ ਵਿਚ ਇਜ਼ ਮੋਰ ਸਟੇਬਲ, ਤਾਂ ਇਹ ਵਾਲੀ ਕਨਫੀਗਰੇਸ਼ਨ ਇਹ ਸ਼ੋ ਕਰਦਾ ਹੈ ज़्यादा स्टेबल है। तो 24th एंड 29th ਦੀ ध्यान देना, 24th एंड 29th ਦੀ ਜਿਹੜੀ ਕਨਫੀਗਰੇਸ਼ਨ ਹੈ अगर ਤੁਸੀਂ ਰੈਗੂਲਰਲੀ ਲਿਖ ਰਹੇ ਹੋ ਉਹੀ ਨਹੀਂ ਆਉਂਦੀ ਤਾਂ ਥੋੜੀ ਜਿਹੀ ਚੇਂਜ ਹੋ ਜਾਂਦੀ ਹੈ। ਸੋ ਇੱਥੇ ਧਿਆਨ ਦੇ ਦੇਣਾ। ਕਾਪਰ ਤੋਂ ਬਾਅਦ ਆ ਗਿਆ ਜ਼ਿੰਕ। ਜ਼ਿੰਕ ਦਾ ਐਟੋਮਿਕ ਨੰਬਰ 30, 1s2 2s2 2p6 3s2 3p6 4s2 3d10 ਤੇ 30 ਐਲੀਮੈਂਟਸ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ ਜਿਹੜੀ ਮੈਂ ਰਾਈਟ ਕਰਕੇ ਤੁਹਾਨੂੰ ਦਿਖਾਈ ਹੈ ਕਿਵੇਂ ਕਿਵੇਂ ਲਿਖਣੀ ਹੈ। ਕਾਫੀ ਸਟੂਡੈਂਟਸ ਗਲਤ ਲਿਖ ਰਹੇ ਸੀ, ਤੁਹਾਡਾ ਟੈਸਟ ਵੀ ਹੋਇਆ ਸੀ। ਸੋ ਧਿਆਨ ਨਾਲ ਇਹਨਾਂ ਨੂੰ ਕਰਨਾ ਚੰਗੀ ਤਰ੍ਹਾਂ, ਕਿਉਂਕਿ ਅਗਰ ਇਹ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਊਗੀ ਇਹ ਅੱਗੇ ਲਿੰਕ ਕਰਦੀ ਹੈ 4th ਚੈਪਟਰ ਦੇ ਨਾਲ, ਫਿਰ ਹੀ ਤੁਹਾਨੂੰ 4th ਚੈਪਟਰ ਆਏਗਾ। 4th ਚੈਪਟਰ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਸਟਰਕਚਰ ਕਿੱਦਾਂ ਦਾ ਹੋਏਗਾ ਇੱਕ ਮੋਲੀਕਿਊਲ ਦਾ, ਜਾਂ ਇੱਕ ਐਟਮ ਕਿਸੇ ਦੂਸਰੇ ਐਟਮ ਨਾਲ ਕੰਬਾਈਨ ਕਿੱਦਾਂ ਕਰੇਗਾ, ਤਾਂ ਉੱਥੇ ਇੱਕ ਕਨਫੀਗਰੇਸ਼ਨ ਤੁਹਾਨੂੰ ਆਉਣੀ ਚਾਹੀਦੀ ਹੈ। ਅਗਰ ਇਹ ਆਏਗੀ ਫਿਰ ਹੀ ਤੁਸੀਂ ਉਹ ਸਾਰੀਆਂ ਚੀਜ਼ਾਂ ਕਰ ਸਕਦੇ ਹੋ ਈਜ਼ੀਲੀ। ਸੋ ਅੱਜ ਆਪਾਂ ਸਿੱਖਿਆ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਫ ਐਨ ਐਟਮ। ਜਿਹੜਾ ਇੱਥੇ ਦੋ ਥਾਂ 'ਤੇ ਪ੍ਰੋਬਲਮ ਆਉਂਦੀ ਹੈ ਉਹ ਕਿਉਂ ਆਉਂਦੀ ਹੈ, ਇੱਕ ਲਾਸਟ ਇੱਕ ਆਪਣਾ ਕੁਐਸਚਨ ਰਹਿੰਦਾ, ਉਹ ਮੈਂ ਅਗਲੇ ਲੈਕਚਰ ਦੇ ਵਿੱਚ ਕਰਕੇ ਫਿਰ ਆਪਾਂ 3rd ਚੈਪਟਰ ਸਟਾਰਟ ਕਰਾਂਗੇ। ਸੋ ਇੱਥੇ ਤੱਕ 2nd ਚੈਪਟਰ ਜਿਹੜਾ ਹੈਗਾ ਆਪਣਾ ਕੰਪਲੀਟ ਹੋ ਜਾਂਦਾ ਹੈ। ਇੱਕ ਦਾ ਕੁਐਸਚਨ ਰਹਿੰਦਾ ਉਹ ਆਪਾਂ ਅਗਲੇ ਲੈਕਚਰ ਦੇ ਵਿੱਚ ਕਰ ਲੈਣਾ, ਠੀਕ ਹੈ ਜੀ। ਤਾਂ ਇਹਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰੋ, ਪੜ੍ਹੋ। ਫਿਰ ਵੀ ਕੋਈ ਨਹੀਂ ਪਤਾ ਲੱਗਦਾ ਹੈਗਾ ਕੁਝ ਵੀ, ਕੋਈ ਵੀ ਟੌਪਿਕ, ਤਾਂ ਮੈਥੋਂ ਪੁੱਛੋ, ਕਮੈਂਟ ਕਰਕੇ ਦੱਸ ਦਿਓ ਜਾਂ WhatsApp ਮੈਸੇਜ ਕਰ ਦਿਓ, ਠੀਕ ਹੈ ਜੀ। ਥੈਂਕ ਯੂ ਸੋ ਮਚ। ਮਿਲਦੇ ਹਾਂ ਫਿਰ ਨੈਕਸਟ ਲੈਕਚਰ ਦੇ ਵਿੱਚ।